ਸਤਿ ਸ੍ਰੀ ਅਕਾਲ, ਸਵਾਗਤ ਹੈ। गौरव शुक्ला मैं हाँ ਤੁਹਾਡੇ ਨਾਲ ਤੇ ਇਸ ਸਮੇਂ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਅਪਡੇਟ ਕੀ ਆ ਉਹ ਪੂਰੀ ਅਪਡੇਟ ਲੈ ਕੇ ਅਸੀਂ ਹਾਜ਼ਰ ਹਾਂ। ਤੁਹਾਨੂੰ ਦੱਸਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮਾਮਲੇ ਅੱਜ ਆਏ ਨੇ। ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਦਾ ਅੰਕੜਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ। ਪਰ ਸ਼ੁਰੂਆਤ ਅਸੀਂ ਕਰਾਂਗੇ ਫਰੀਦਕੋਟ ਤੋਂ। ਜੀ ਹਾਂ, ਫਰੀਦਕੋਟ ਦੇ ਵਿੱਚ ਕਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਨੇ। ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਸਾਰੇ ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਕਰੋਨਾ ਦੇ 52 ਕੇਸ ਹੋ ਚੁੱਕੇ ਨੇ। ਸਾਰੇ ਮਰੀਜ਼ਾਂ ਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹੇ ਦੇ ਵਿੱਚ ਹੁਣ ਤੱਕ 5 ਮਰੀਜ਼ ਠੀਕ ਵੀ ਹੋਏ ਨੇ। ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜਿਹੜੇ ਟੋਟਲ ਸੈਂਪਲ ਹੈ ਉਹ 3236 ਸੈਂਪਲ ਲਿੱਤੇ ਗਏ ਆ, ਜਿਨ੍ਹਾਂ ਦੇ ਵਿੱਚੋਂ 122 ਰਿਪੋਰਟਾਂ ਪੈਂਡਿੰਗ ਹੈ। ਬਾਕੀ ਸਾਰੀਆਂ ਹੀ ਰਿਪੋਰਟਾਂ ਸਾਨੂੰ ਪ੍ਰਾਪਤ ਹੋ ਚੁੱਕੀਆਂ। ਇਸ ਦੇ ਸੰਬੰਧ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਕੱਲ ਦੇਰ ਰਾਤ ਸਾਨੂੰ ਕੁਝ ਰਿਪੋਰਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੇ ਵਿੱਚ 6 ਲੋਕ ਹਜੂਰ ਸਾਹਿਬ ਤੋਂ ਜਿਹੜੇ ਉਹ ਪੋਜ਼ਿਟਿਵ ਆਏ ਆ। ਦੇਖੋ, ਹੁਣ ਅੱਜ ਦੀ ਇਸ ਰਿਪੋਰਟ ਤੋਂ ਬਾਅਦ ਸਾਡੇ ਕੋਲੇ ਟੋਟਲ ਜਿਹੜੇ ਆ ਉਹ 52 ਕੇਸ ਹੋ ਗਏ। ਤਾਂ ਫਰੀਦਕੋਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਫਰੀਦਕੋਟ ਦੀ ਪੂਰੀ ਰਿਪੋਰਟ ਤੁਹਾਨੂੰ ਦਿੰਦੇ ਹਾਂ ਕਿ ਫਰੀਦਕੋਟ ਦੇ ਵਿੱਚ ਕਿੰਨੇ ਕੇਸ ਨੇ। ਫਰੀਦਕੋਟ ਦੇ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਤੇ ਉਸ ਤੋਂ ਬਾਅਦ ਹੁਣ ਗਿਣਤੀ ਵੱਧ ਕੇ 52 ਤੱਕ ਪਹੁੰਚ ਚੁੱਕੀ ਹੈ ਤੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਦੇ ਵਿੱਚ 5 ਜਿਹੜੇ ਮਰੀਜ਼ ਹੈਗੇ ਨੇ ਉਹ ਠੀਕ ਵੀ ਹੋਏ ਨੇ। ਰਾਹਤ ਦੀ ਖਬਰ ਫਰੀਦਕੋਟ ਦੇ ਲਈ ਇਹ ਵੀ ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਹੈ, ਯਾਨੀ ਕਿ ਰਾਹਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਰਿਹਾ। ਹਾਲਾਂਕਿ ਮਾਮਲੇ ਤਾਂ 52 ਸਾਹਮਣੇ ਆ ਗਏ, ਪਰ 5 ਲੋਕ ਇਸ ਦੇ ਵਿੱਚੋਂ ਠੀਕ ਵੀ ਹੋਏ ਨੇ। ਮਾਮਲੇ ਹੋਰ ਵੀ ਸਾਹਮਣੇ ਆ ਰਹੇ ਨੇ, ਪਰ ਇਸ ਵਿਚਾਲੇ ਸਭ ਦਾ ਇਲਾਜ ਚੱਲ ਰਿਹਾ ਹੈ। ਇੱਕ ਇੱਕ ਕਰਕੇ ਹੁਣ ਤੁਹਾਨੂੰ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ ਦੱਸਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮਾਮਲੇ ਰਿਪੋਰਟ ਕੀਤੇ ਗਏ ਨੇ। ਫਰੀਦਕੋਟ ਦਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ। ਫਰੀਦਕੋਟ ਦੇ ਵਿੱਚ 52 ਟੋਟਲ ਮਾਮਲੇ ਹੁਣ ਹੋ ਚੁੱਕੇ ਨੇ। ਇਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ, ਅਗਲੀਆਂ ਹੋਰ ਜਿਹੜੇ ਜ਼ਿਲ੍ਹੇ ਨੇ, ਥਾਵਾਂ ਨੇ, ਉਹਨਾਂ ਦਾ ਜ਼ਿਕਰ, ਉਹਨਾਂ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਵਾਂਗੇ। ਅੱਗੇ ਵਧਦੇ ਹਾਂ ਤੇ ਹੁਣ ਫਾਜ਼ਿਲਕਾ ਦਾ ਜ਼ਿਕਰ ਕਰਦੇ ਹਾਂ। ਫਾਜ਼ਿਲਕਾ ਦੇ ਵਿੱਚ ਵੀ 3 ਮਾਮਲੇ ਰਿਪੋਰਟ ਕੀਤੇ ਗਏ ਨੇ। ਜ਼ਿਲ੍ਹੇ ਦੇ ਵਿੱਚ ਕੁੱਲ ਕੇਸਾਂ ਦੀ ਗਿਣਤੀ ਹੁਣ ਵੱਧ ਕੇ 44 ਤੱਕ ਪਹੁੰਚ ਚੁੱਕੀ ਹੈ। ਜੀ ਹਾਂ, ਪੰਜਾਬ ਦੇ ਵਿੱਚ 2000 ਦੇ ਕਰੀਬ ਹੁਣ ਅੰਕੜਾ ਪਹੁੰਚ ਚੁੱਕਾ ਹੈ। ਫਰੀਦਕੋਟ ਤੋਂ ਬਾਅਦ ਅਸੀਂ ਫਾਜ਼ਿਲਕਾ ਦਾ ਜ਼ਿਕਰ ਕਰ ਰਹੇ ਹਾਂ। 3 ਹੋਰ ਮਾਮਲੇ ਸਾਹਮਣੇ ਆਏ ਨੇ ਅਤੇ ਜ਼ਿਲ੍ਹੇ ਦੇ ਵਿੱਚ ਕੁੱਲ ਕੇਸਾਂ ਦੀ ਗਿਣਤੀ ਹੁਣ 44 ਤੱਕ ਪਹੁੰਚ ਚੁੱਕੀ ਹੈ ਤੇ ਮਾਮਲੇ ਫਰੀਦਕੋਟ ਦੇ ਵਿੱਚ ਵੱਧ ਰਹੇ ਨੇ ਤੇ ਦੂਜੇ ਪਾਸੇ ਫਾਜ਼ਿਲਕਾ ਤੋਂ ਵੀ ਸਾਹਮਣੇ ਆ ਰਹੇ ਨੇ। ਫਾਜ਼ਿਲਕਾ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਹ ਉਹ ਜ਼ਿਲ੍ਹਾ ਹੈ ਜਿਸ ਦੇ ਵਿੱਚ ਪਹਿਲਾਂ ਕੋਈ ਮਾਮਲਾ ਸਾਹਮਣੇ ਹੀ ਨਹੀਂ ਆਇਆ ਸੀ। ਗ੍ਰੀਨ ਜ਼ੋਨ ਦਾ ਪੂਰਾ ਜ਼ਿਲ੍ਹਾ ਸੀ, ਪਰ ਉਸ ਤੋਂ ਬਾਅਦ ਲਗਾਤਾਰ ਮਾਮਲੇ ਸਾਹਮਣੇ ਆਉਂਦੇ ਰਹੇ ਜੋ ਲਾਜ਼ਮੀ ਤੌਰ ਤੇ ਚਿੰਤਾ ਨੂੰ ਵਧਾਉਣ ਵਾਲੇ ਵੀ ਹੈਗੇ ਨੇ। ਤਾਂ ਹੁਣ ਫਾਜ਼ਿਲਕਾ ਦੇ ਵਿੱਚ ਕੀ ਹਾਲ ਆ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਫਾਜ਼ਿਲਕਾ ਦੇ ਵਿੱਚ ਅਪਡੇਟ ਇਸ ਸਮੇਂ ਕੀ ਹੈ। ਫਾਜ਼ਿਲਕਾ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਨਵੇਂ ਮਾਮਲੇ ਆਉਣ ਤੋਂ ਬਾਅਦ ਜਿਹੜੀ ਗਿਣਤੀ ਹੁਣ 46 ਤੱਕ ਪਹੁੰਚ ਚੁੱਕੀ ਹੈ ਤੇ 46 ਦੇ 40 ਐਕਟਿਵ ਕੇਸ ਦੱਸੇ ਜਾ ਰਹੇ ਨੇ, ਯਾਨੀ ਕਿ ਇਲਾਜ ਸਾਰਿਆਂ ਦਾ ਚੱਲ ਰਿਹਾ। ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਉੱਥੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਫਾਜ਼ਿਲਕਾ ਦਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਬਹੁਤ ਲੇਟ ਸਾਹਮਣੇ ਆਏ ਮਾਮਲੇ। ਪਹਿਲਾਂ ਪੂਰਾ ਮਾਮਲਾ ਗ੍ਰੀਨ ਜ਼ੋਨ ਦੇ ਵਿੱਚ ਸੀ, ਇਹ ਪੂਰਾ ਜ਼ਿਲ੍ਹਾ, ਤੇ ਉਸ ਤੋਂ ਬਾਅਦ ਜਦੋਂ ਮਾਮਲੇ ਆਉਣੇ ਸ਼ੁਰੂ ਹੋਏ ਤਾਂ ਗਿਣਤੀ ਲਗਾਤਾਰ ਵਧੀ ਹੈ। ਇਸ ਵਿਚਾਲੇ ਅੱਜ ਤੱਕ ਕਿਸੇ ਦੇ ਰਿਕਵਰ ਹੋਣ ਦੀ ਖਬਰ ਨਹੀਂ, ਪਰ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਭ ਦਾ ਇਲਾਜ ਚੱਲ ਰਿਹਾ ਤੇ ਕੋਈ ਮੌਤ ਦੀ ਖਬਰ ਵੀ ਫਾਜ਼ਿਲਕਾ ਤੋਂ ਸਾਹਮਣੇ ਨਹੀਂ ਆਈ ਹੈ। ਤਾਂ ਫਰੀਦਕੋਟ ਤੇ ਫਾਜ਼ਿਲਕਾ ਦਾ ਅਸੀਂ ਤੁਹਾਨੂੰ ਹਾਲ ਦੱਸਿਆ ਕਿ ਕੀ ਕੁਝ ਅਪਡੇਟ ਇਸ ਜ਼ਿਲ੍ਹੇ ਨੂੰ ਲੈ ਕੇ ਹੈਗਾ ਏ। ਉਸ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ, ਇੱਕ ਇੱਕ ਕਰਦੇ ਹੋਏ ਸਾਰੇ ਜ਼ਿਲ੍ਹਿਆਂ ਦਾ ਹਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਜ਼ਿਆਦਾ ਜਿਸ ਜ਼ਿਲ੍ਹੇ ਦੇ ਵਿੱਚ ਮਾਮਲੇ ਹੈਗੇ ਨੇ ਉਹ ਹੈ ਅੰਮ੍ਰਿਤਸਰ। ਜੀ ਅੰਮ੍ਰਿਤਸਰ ਦੇ ਵਿੱਚ 301 ਮਾਮਲੇ ਨੇ, ਜਦਕਿ 140 ਲੋਕ ਇਹਨਾਂ ਦੇ ਵਿੱਚੋਂ ਠੀਕ ਹੋ ਚੁੱਕੇ ਨੇ। ਤੇ ਅੰਮ੍ਰਿਤਸਰ ਦੇ ਵਿੱਚ ਮੌਤਾਂ ਦੀ ਅਸੀਂ ਜ਼ਿਕਰ ਕਰੀਏ ਤਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ 4 ਮੌਤਾਂ ਵੀ ਅੰਮ੍ਰਿਤਸਰ ਦੇ ਵਿੱਚ ਹੋਈਆਂ ਨੇ। ਰਾਹਤ ਇਹ ਵੀ ਹੈ ਕਿ ਅੱਜ ਵੀ 95 ਲੋਕਾਂ ਨੂੰ ਉੱਥੋਂ ਡਿਸਚਾਰਜ ਕੀਤਾ ਗਿਆ। ਟੋਟਲ ਗਿਣਤੀ ਜਿਹੜੀ ਹੈਗੀ 140 ਤੱਕ ਪਹੁੰਚ ਚੁੱਕੀ ਹੈ। 140 ਮਰੀਜ਼ ਠੀਕ ਹੋਏ ਨੇ ਅੰਮ੍ਰਿਤਸਰ ਦੇ ਵਿੱਚ। 301 ਟੋਟਲ ਮਾਮਲੇ ਸੀ, ਯਾਨੀ ਕਿ ਐਕਟਿਵ ਮਾਮਲੇ ਤੁਸੀਂ ਕਹਿ ਸਕਦੇ ਹੋ ਕਿ ਘਟ ਕੇ 160 ਤੋਂ ਵੀ ਹੁਣ ਹੇਠਾਂ ਆ ਚੁੱਕੇ ਨੇ। ਇਹ ਰਾਹਤ ਵਾਲੀ ਖਬਰ ਲਾਜ਼ਮੀ ਤੌਰ ਤੇ ਹੈਗੀ ਹੈ। ਹੁਣ ਅਗਲਾ ਜ਼ਿਲ੍ਹਾ ਹੌਟਸਪੌਟ ਜਿਹੜਾ ਜ਼ਿਲ੍ਹਾ ਹੈਗਾ, ਅਗਲਾ ਜ਼ਿਲ੍ਹਾ ਆ ਰਿਹਾ ਹੈ ਜਲੰਧਰ। ਜੀ ਹਾਂ, ਜਲੰਧਰ ਦੇ ਵਿੱਚ 207 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ। 33 ਲੋਕਾਂ ਨੇ ਇਸ ਬਿਮਾਰੀ ਨੂੰ ਹਰਾਇਆ ਵੀ ਹੈ, ਜਦਕਿ 6 ਲੋਕ ਜ਼ਿੰਦਗੀ ਦੀ ਜੰਗ ਜਲੰਧਰ ਦੇ ਵਿੱਚ ਹਾਰ ਗਏ। ਟੋਟਲ ਅਸੀਂ ਤੁਹਾਨੂੰ ਗਿਣਤੀ ਦਿਖਾ ਰਹੇ ਹਾਂ 207 ਪੂਰੇ ਮਾਮਲੇ। ਉਸ ਤੋਂ ਬਾਅਦ ਜਿਹੜੀਆਂ 6 ਮੌਤਾਂ ਦੀ ਖਬਰ ਸਾਹਮਣੇ ਆਈ, ਜਦਕਿ 33 ਲੋਕ ਜਲੰਧਰ ਦੇ ਵਿੱਚ ਠੀਕ ਵੀ ਹੋਏ ਨੇ, ਜੋ ਰਾਹਤ ਵਾਲੀ ਲਾਜ਼ਮੀ ਤੌਰ ਤੇ ਖਬਰ ਵੀ ਹੈ। ਅਗਲਾ ਰੁਕ ਕਰਦੇ ਹਾਂ, ਅਗਲਾ ਜ਼ਿਲ੍ਹਾ ਇਹ ਉਹ ਜ਼ਿਲ੍ਹਾ ਜਿੱਥੇ ਲਗਾਤਾਰ ਮਾਮਲੇ ਵਧੇ। ਜੀ ਹਾਂ, ਲੁਧਿਆਣਾ ਦਾ ਮੈਂ ਜ਼ਿਕਰ ਕਰਾਂਗਾ। ਲੁਧਿਆਣਾ ਦੇ ਵਿੱਚ ਮਾਮਲੇ 162 ਤੱਕ ਗਿਣਤੀ ਪਹੁੰਚ ਗਈ ਤੇ ਲੁਧਿਆਣਾ ਦੇ ਵਿੱਚ ਵੀ 6 ਮੌਤਾਂ
ਦੀ ਖਬਰ ਸਾਹਮਣੇ ਆਈ। ਪੂਰੇ ਪੰਜਾਬ ਦੇ ਵਿੱਚ ਦੇਖੀਏ 30 ਤੋਂ ਪਾਰ ਹੈ ਮੌਤਾਂ ਦੀ ਗਿਣਤੀ, ਤੇ ਸਿਰਫ ਲੁਧਿਆਣਾ ਦਾ ਜ਼ਿਕਰ ਕਰਾਂ ਤਾਂ 6 ਮੌਤਾਂ ਲੁਧਿਆਣਾ ਦੇ ਵਿੱਚ ਨਹੀਂ, ਜਦਕਿ ਇੱਥੇ ਰਿਕਵਰੀ ਰੇਟ ਵੀ ਬਹੁਤ ਜ਼ਿਆਦਾ ਨਹੀਂ ਹੈ। 13 ਮਰੀਜ਼ ਹੀ ਹੁਣ ਤੱਕ ਠੀਕ ਹੋਏ ਨੇ ਟੋਟਲ ਜਿਹੜਾ ਦੱਸਿਆ ਜਾ ਰਿਹਾ। ਇਹ ਵੀ ਤੁਹਾਨੂੰ ਦੱਸ ਦਈਏ ਕਿ ਆਰਪੀਐਫ ਦੇ ਜਵਾਨ ਵੀ ਫਿਲਹਾਲ ਇੱਥੇ ਗਿਣੇ ਜਾ ਰਹੇ ਨੇ, ਜਿਹੜੇ ਦਿੱਲੀ ਤੋਂ ਆਏ ਸੀ ਲੁਧਿਆਣਾ ਦੇ ਵਿੱਚ ਤੇ ਉਹ ਪੋਜ਼ਿਟਿਵ ਪਾਏ ਗਏ ਨੇ, ਉਹਨਾਂ ਦੀ ਗਿਣਤੀ ਵੀ ਲਗਾਤਾਰ ਵਧੀ ਹੈ, ਜੋ ਪ੍ਰਸ਼ਾਸਨ ਦੇ ਲਈ ਚਿੰਤਾ ਵਾਲੀ ਗੱਲ ਜ਼ਰੂਰ ਹੈ। ਤਾਂ ਲੁਧਿਆਣਾ ਦੇ 162 ਮਾਮਲੇ। ਅਗਲੇ ਜ਼ਿਲ੍ਹੇ ਦਾ ਜ਼ਿਕਰ ਕਰਾਂਗੇ, ਅਗਲਾ ਜ਼ਿਲ੍ਹਾ ਹੈਗਾ ਗੁਰਦਾਸਪੁਰ। ਜੀ ਹਾਂ, ਗੁਰਦਾਸਪੁਰ ਦੇ ਵਿੱਚ ਤੁਹਾਨੂੰ ਦੱਸ ਦਈਏ ਇਹ ਉਹ ਜ਼ਿਲ੍ਹਾ ਹੈ ਜਿਹੜਾ ਜਿੱਥੇ ਇੱਕ ਸ਼ਖਸ ਪਹਿਲਾਂ ਪੋਜ਼ਿਟਿਵ ਪਾਇਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ, ਪਰ ਮਾਮਲੇ ਉਸ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧੇ, ਖਾਸ ਤੌਰ ਤੇ ਜਦੋਂ ਸ਼ਰਧਾਲੂ ਪਰਤੇ। ਗਿਣਤੀ ਪਹੁੰਚ ਗਈ 124 ਤੱਕ। ਜੀ ਹਾਂ, ਅਸੀਂ ਜ਼ਿਕਰ ਕਰੀਏ ਗੁਰਦਾਸਪੁਰ ਦਾ ਤਾਂ 124 ਮਾਮਲੇ ਨੇ, ਜਦਕਿ 9 ਲੋਕ ਗੁਰਦਾਸਪੁਰ ਦੇ ਵਿੱਚ ਠੀਕ ਵੀ ਹੋਏ ਨੇ, ਇੱਕ ਸ਼ਖਸ ਦੀ ਮੌਤ ਹੋਈ ਹੈ, ਜੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਤਾਂ ਮਾਮਲੇ ਜਿਹੜੇ ਵੱਧਦੇ ਨਜ਼ਰ ਆਏ ਨੇ, ਪਰ ਗੁਰਦਾਸਪੁਰ ਦਾ ਅਪਡੇਟ ਇਸ ਸਮੇਂ ਇਹੀ ਹੈ ਕਿ ਕਰੀਬ 114 ਲੋਕਾਂ ਦਾ ਇਲਾਜ ਅਜੇ ਵੀ ਚੱਲ ਰਿਹਾ। ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹਨਾਂ ਦੀ ਨੈਗੇਟਿਵ ਆਉਣ, ਉਸ ਤੋਂ ਬਾਅਦ ਉਹਨਾਂ ਨੂੰ ਡਿਸਚਾਰਜ ਹਸਪਤਾਲਾਂ ਦੇ ਵਿੱਚੋਂ ਕੀਤਾ ਜਾਵੇ। ਇਸ ਸਮੇਂ ਇੱਕ ਹੋਰ ਖਬਰ ਹੈ, ਉਸ ਦਾ ਰੁਖ ਕਰਾਂਗੇ। ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ ਬਾਕੀ ਜ਼ਿਲ੍ਹਿਆਂ ਦੇ ਵੱਲ, ਉਸ ਤੋਂ ਬਾਅਦ ਅਸੀਂ ਵਧਾਂਗੇ ਇੱਕ ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦਾ, ਤੁਹਾਡੇ ਜ਼ਿਲ੍ਹੇ ਦਾ ਹਾਲ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਇਸ ਵਿਚਾਲੇ ਇੱਕ ਗੁਰਦਾਸਪੁਰ ਤੋਂ ਵੱਡੀ ਖਬਰ ਹੈ, ਅਸੀਂ ਉਸ ਦਾ ਰੁਖ ਕਰਦੇ ਹਾਂ। ਤਾਂ ਗੁਰਦਾਸਪੁਰ ਦੇ ਵੱਡੀ ਖਬਰ ਕੀ ਆ ਰਹੀ ਹੈ, ਉਸ ਦਾ ਵੀ ਰੁਖ ਕਰਾਂਗੇ। ਤਾਂ ਗੁਰਦਾਸਪੁਰ ਤੋਂ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਰਾਹਤ ਦੀ ਖਬਰ ਹੈ। ਗੁਰਦਾਸਪੁਰ ਤੋਂ ਇੱਕ ਦਿਨ ਦੇ ਵਿੱਚ 91 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਅਸੀਂ ਗੁਰਦਾਸਪੁਰ ਦਾ ਹੀ ਜ਼ਿਕਰ ਕਰ ਰਹੇ ਸੀ ਕਿ 124 ਮਾਮਲੇ ਹੋ ਚੁੱਕੇ ਨੇ, ਪਰ ਠੀਕ ਬਹੁਤ ਘੱਟ ਹੋਏ ਨੇ। ਪਰ ਹੁਣ ਜਿਹੜੀ ਰਿਪੋਰਟ ਆਈ ਹੈ ਉਹ ਬਹੁਤ ਸਕੂਨ ਦੇਣ ਵਾਲੀ, 91 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇੱਕ ਦਿਨ ਦੇ ਵਿੱਚ ਹੀ ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ ਨੇ। ਗੁਰਦਾਸਪੁਰ ਦੇ ਵਿੱਚ 31 ਅਤੇ ਬਟਾਲਾ ਤੋਂ 41 ਮਰੀਜ਼ ਜਿਹੜੇ ਨੇ ਉਹ ਠੀਕ ਹੋਏ ਨੇ। CHC ਧਾਰੀਵਾਲ ਦੇ ਵਿੱਚ 18 ਮਰੀਜ਼ ਠੀਕ ਹੋਏ ਨੇ। ਸਾਰੇ 91 ਮਰੀਜ਼ਾਂ ਨੂੰ ਘਰ ਭੇਜਿਆ ਗਿਆ ਹੈ। ਤਾਂ ਵੱਡੀ ਖਬਰ ਅਸੀਂ ਗੁਰਦਾਸਪੁਰ ਤੋਂ ਤੁਹਾਨੂੰ ਦੱਸ ਰਹੇ ਹਾਂ। ਗੁਰਦਾਸਪੁਰ ਤੋਂ ਰਾਹਤ ਭਰੀ ਖਬਰ, ਜਿੱਥੇ 91 ਮਰੀਜ਼ਾਂ ਨੂੰ ਘਰ ਭੇਜਿਆ ਗਿਆ ਹੈ। ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਅਸੀਂ 124 ਮਾਮਲਿਆਂ ਦਾ ਜ਼ਿਕਰ ਕਰ ਰਹੇ ਸੀ, ਤਾਂ ਹੁਣ ਕੁਝ ਹੀ ਮਾਮਲੇ ਉੱਥੇ ਜਿਹੜੇ ਪੋਜ਼ਿਟਿਵ ਇਸ ਸਮੇਂ ਰਹਿ ਗਏ ਨੇ, ਐਕਟਿਵ ਕੇਸ ਤੁਸੀਂ ਕਹਿ ਸਕਦੇ ਹੋ ਗੁਰਦਾਸਪੁਰ ਦੇ ਵਿੱਚ। ਤਾਂ ਇੱਕ ਦਿਨ ਦੇ ਵਿੱਚ 91 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣੀ, ਇੱਕ ਦਿਨ ਦੇ ਵਿੱਚ 91 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਹੋਣਾ ਲਾਜ਼ਮੀ ਤੌਰ ਤੇ ਪ੍ਰਸ਼ਾਸਨ ਦੇ ਲਈ ਇੱਕ ਵੱਡਾ ਸਕੂਨ ਜ਼ਰੂਰ ਹੈ। ਪੂਰੇ ਪੰਜਾਬ ਦੇ ਲਈ ਇੱਕ ਚੰਗੀ ਖਬਰ ਹੈ। ਅੰਮ੍ਰਿਤਸਰ ਦੇ ਵਿੱਚ 95 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਗੁਰਦਾਸਪੁਰ ਦੇ ਵਿੱਚ 91 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਤਾਂ ਵੱਡੀ ਜਾਣਕਾਰੀ ਇਸ ਸਮੇਂ, ਵੱਡੀ ਰਾਹਤ ਦੀ ਖਬਰ ਪੂਰੇ ਪੰਜਾਬ ਦੇ ਲਈ। रुक करते हैं गुरदासपुर तो बिशंबर बिट्टू मेरे सहयोगी इस समय साडे नाल जुड़ रहे हैं। बिशंबर जानना चाहांगे कि कुछ जानकारी, राहत भरी खबर है पूरे पंजाब के लिए, खास तौर पे गुरदासपुर के लिए 91 रिपोर्टां नेगेटिव इक्को दिन दे विच जिहड़े मरीज पॉजिटिव सी। जी करो बिल्कुल बड़ी गुरदासपुर वास्ते बड़ी राहत भरी खबर भी जिहड़े कोरोना पॉजिटिव 124 मरीज सीगा जिन्हां विच एक दी डेथ हो चुकी सी, और उन्हां विचों जिहड़े अज 91 पेशेंटां नूं घर भेजता गया आ जिन्हां दे रिपोर्ट नेगेटिव आई सी, जो धारीवाल सी, कोई अलग-अलग जगह सी जिहदा जिहड़े एडमिट सीगा, PSC धारीवाल भी गुरदासपुर सीगा और होर कई जगह जो एडमिट सीगा, उन्हां सारिਆਂ ਨੂੰ ਅੱਜ ਛੁੱਟੀ ਦੇ ਕੇ ਘਰ ਭੇਜਤਾ ਗਿਆ। और जो रिपोर्ट आ रही ने, जो साडी हुणे सिविल अधिकारियों नाल गल होई है हैल्थ दा, उन्हां ने कहना भी कोई मरीज शाम तक होर भी घर भेज दिते जाणगे। और गुरदासपुर जिले वास्ते एक बड़ी राहत भरी खबर आ भी 91 मरीजों नूं अज घर भेजेगा ते 9 कल भेज गए ही। आपां इस तरह कह लईए करीब 100 पेशेंट नूं छुट्टी दित्ती जा चुकी गुरदासपुर जो कोरोना पेशेंट पॉजिटिव पाए गए। गुरदासपुर जिले वास्ते बड़ी राहत भरी खबर है जी। करो जी टोटल किन्ने बाकी हुण जिहड़े एक्टिव केस ने उस बारे कोई जानकारी प्रशासन ने दित्ती होवे? जी जो फिलहाल जो रिपोर्टां आ रही हैं जो 91 मरीजों अज घर भेजता गया, जो SDM नाल गल हुई गुरदासपुर नाल, उस तो बाद 9 कल भेजे गए, 100 भेजे गए, 122 पेशेंट सीगा जिन्हां विचों हुण सिर्फ 22 पेशेंट बचे ने। और मैनूं जो खबरां सानूं मिल रही ने, जो सूत्रां के मुताबिक वो शाम तक कुछ होर बंदे भी घर भेज जा सकते हैं, और सिर्फ गिनती कुछ हद तक 10 बंदा ही रह जाएगी, बाकी पेशेंट सारे नूं अज घर भेज दिता जाएगा। ठीक है, शुक्रिया, धन्यवाद साडे नाल जुड़न दे लई। इस पूरी गलबात लई राहत भरी खबर है इस समय पूरे पंजाब दे लई। हुशियारपुर तो भी एक वड्डी खबर ਉਹ ਵੀ ਦੱਸਾਂਗੇ, पर गुरदासपुर ਦੇ ਵਿੱਚ 91 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਹਸਪਤਾਲ ਤੋਂ। ਉਹਨਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 9 ਮਰੀਜ਼ਾਂ ਨੂੰ ਪਹਿਲਾਂ ਭੇਜਿਆ ਗਿਆ ਸੀ। 100 ਦੀ ਗਿਣਤੀ ਹੁਣ ਪਹੁੰਚ ਚੁੱਕੀ ਹੈ, ਜਿਹੜੇ ਠੀਕ ਹੋ ਚੁੱਕੇ ਨੇ, ਰਿਕਵਰ ਕਰ ਚੁੱਕੇ ਨੇ। ਤਾਂ ਵੱਡੀ ਜਾਣਕਾਰੀ ਇਸ ਸਮੇਂ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਉਂਦੀ ਹੋਈ
ਤੇ ਵੀ ਤੁਹਾਨੂੰ ਦੱਸ ਦਈਏ ਧਾਰੀਵਾਲ, ਬਟਾਲਾ ਤੇ ਗੁਰਦਾਸਪੁਰ ਤਿੰਨੇ ਥਾਵਾਂ ਦੇ ਉੱਤੇ ਜਿਹੜੇ ਮਰੀਜ਼ ਵੱਖ-ਵੱਖ ਹਸਪਤਾਲਾਂ ਦੇ ਵਿੱਚ ਆਈਸੋਲੇਟ ਕੀਤੇ ਗਏ ਸੀ, ਉਹਨਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਗਿਆ, ਯਾਨੀ ਕਿ ਡਿਸਚਾਰਜ ਕਰ ਦਿੱਤਾ ਗਿਆ ਹੈ। ਹੁਣ ਅੱਗੇ ਵਧਦੇ ਤੇ ਹੁਸ਼ਿਆਰਪੁਰ ਦਾ ਜ਼ਿਕਰ ਕਰਾਂਗੇ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਨੇ। ਹੁਸ਼ਿਆਰਪੁਰ ਤੋਂ ਵੀ ਇੱਕ ਵੱਡੀ ਖਬਰ ਹੈ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ, ਪਰ ਪਹਿਲਾਂ ਪੂਰੇ ਅੰਕੜੇ ਦੇ ਉੱਤੇ ਨਜ਼ਰ ਪਾਈਏ ਕਿ ਹੁਸ਼ਿਆਰਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਸਮੇਂ ਮਰੀਜ਼ ਨੇ। 93 ਮਰੀਜ਼ ਟੋਟਲ ਨੇ ਤੇ 55 ਉਸ ਦੇ ਵਿੱਚੋਂ ਠੀਕ ਹੋਏ ਨੇ, ਜਦਕਿ 4 ਲੋਕਾਂ ਦੀ ਮੌਤ ਵੀ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ। ਤੇ ਇਸ ਸਮੇਂ ਵੱਡੀ ਖਬਰ ਵੀ ਹੈ ਹੁਸ਼ਿਆਰਪੁਰ ਤੋਂ ਕਿ ਮਰੀਜ਼ ਉੱਥੇ ਵੀ ਲਗਾਤਾਰ ਠੀਕ ਹੋ ਰਹੇ ਨੇ, ਖਾਸ ਤੌਰ ਤੇ ਸ਼ਰਧਾਲੂ, ਕਿਉਂਕਿ ਜਦੋਂ ਵਾਪਸ ਆਏ ਸ਼ਰਧਾਲੂ ਤਾਂ ਇੱਕੋ ਲੱਖ ਪੰਜਾਬ ਦੇ ਵਿੱਚ ਅੰਕੜਾ ਵਧਿਆ, ਉਹ ਗਿਣਤੀ ਵੱਧਦੀ 1800 1900 ਪਾਰ ਕਰ ਗਈ ਤੇ ਹੁਣ ਉਸ ਤਰੀਕੇ ਨਾਲ ਹੀ ਜ਼ਬਰਦਸਤ ਰਫ਼ਤਾਰ ਦੇ ਨਾਲ ਜਿਹੜੇ ਵਾਪਸ ਵੀ ਠੀਕ ਹੋ ਰਹੇ ਨੇ, ਜਿਹੜੇ ਸ਼ਰਧਾਲੂ ਸੀ ਜਾਂ ਕਾਮੇ ਉੱਥੋਂ ਵਾਪਸ ਆਏ ਸੀ। ਰਾਹਤ ਭਰੀ ਖਬਰ ਜ਼ਰੂਰ ਹੈਗੀ ਹੈ ਹੁਸ਼ਿਆਰਪੁਰ ਦੇ ਨਾਲ ਜੁੜੀ ਹੋਈ। ਇਸ ਸਮੇਂ ਵੱਡੀ ਖਬਰ ਹੈ, ਹੁਸ਼ਿਆਰਪੁਰ ਦੇ ਵਿੱਚ 48 ਸ਼ਰਧਾਲੂ ਠੀਕ ਹੋਏ ਨੇ। ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਹੈ, ਘਰ ਭੇਜ ਦਿੱਤਾ ਗਿਆ। ਨਾਂਦੇੜ ਸਾਹਿਬ ਤੋਂ ਪਰਤੇਸਾ ਨੇ ਸਾਰੇ ਸ਼ਰਧਾਲੂ। ਰਾਹਤ ਭਰੀ ਖਬਰ ਇਸ ਸਮੇਂ ਪੂਰੇ ਪੰਜਾਬ ਦੇ ਲਈ ਵੱਖ-ਵੱਖ ਥਾਵਾਂ ਤੋਂ ਆਉਂਦੀ ਹੋਈ ਹੈ। ਤੀਜਾ ਜ਼ਿਲ੍ਹਾ ਅੱਜ ਜਿੱਥੋਂ ਇਹ ਰਾਹਤ ਭਰੀਆਂ ਖਬਰਾਂ ਆ ਰਹੀਆਂ ਨੇ। ਪਹਿਲਾਂ ਅੰਮ੍ਰਿਤਸਰ ਤੋਂ 95 ਮਰੀਜ਼ਾਂ ਨੂੰ ਭੇਜੇ ਜਾਣ ਦੀ ਖਬਰ ਆਈ, ਉਸ ਤੋਂ ਬਾਅਦ ਗੁਰਦਾਸਪੁਰ ਤੋਂ 91 ਕਰੀਬ 100 ਮਰੀਜ਼ ਘਰ ਭੇਜੇ ਗਏ ਨੇ, ਡਿਸਚਾਰਜ ਕੀਤੇ ਗਏ ਨੇ, ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਤੇ ਹੁਣ ਹੁਸ਼ਿਆਰਪੁਰ ਤੋਂ 48 ਹੋਰ ਸ਼ਰਧਾਲੂਆਂ ਦੇ ਠੀਕ ਹੋਣ ਦੀ ਜਾਣਕਾਰੀ ਆ ਰਹੀ ਹੈ ਤੇ ਗਿਣਤੀ ਦੇਖੀ ਜਾਵੇ ਤਾਂ ਉਹ ਵੀ ਵਧਦੀ ਹੋਈ। ਕਰੀਬ 55 ਸ਼ਰਧਾਲੂ ਹੁਣ ਤੱਕ ਹੁਸ਼ਿਆਰਪੁਰ ਦੇ ਵਿੱਚ ਜਾਂ ਕਰੋਨਾ ਦੇ ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਨੇ, ਜੋ ਰਾਹਤ ਭਰੀ ਖਬਰ ਪੂਰੇ ਪੰਜਾਬ ਦੇ ਲਈ। ਅੱਗੇ ਵਧਦੇ ਤੇ ਹੁਣ ਮੋਗਾ ਤੋਂ ਵੀ ਇੱਕ ਵੱਡੀ ਖਬਰ ਆ ਰਹੀ ਹੈ, ਰਾਹਤ ਭਰੀ ਖਬਰ ਹੈ। ਮੋਗਾ ਦੇ ਵਿੱਚ 46 ਮਰੀਜ਼ ਠੀਕ ਹੋਏ ਨੇ। ਜੀ ਹਾਂ, ਲਗਾਤਾਰ ਵੱਖ-ਵੱਖ ਥਾਵਾਂ ਤੋਂ ਇਸ ਸਮੇਂ ਸਾਡੇ ਕੋਲ ਜਾਣਕਾਰੀਆਂ ਪਹੁੰਚ ਰਹੀਆਂ ਨੇ, ਪੂਰੇ ਪੰਜਾਬ ਦੇ ਲਈ ਜਾਣਨੀਆਂ ਜ਼ਰੂਰੀ। ਮਾਮਲੇ ਬਹੁਤ ਸਾਰੇ ਵਧੇ ਸੀ, ਸ਼ਾਇਦ ਤੁਹਾਡੀ ਵੀ ਚਿੰਤਾ ਵਧੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਤੇ ਇਸ ਸਮੇਂ ਜਾਣਕਾਰੀ ਹੈ ਕਿ ਮੋਗਾ ਦੇ ਵਿੱਚ 46 ਮਰੀਜ਼ ਠੀਕ ਵੀ ਹੋਏ ਨੇ। 46 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਘਰ ਭੇਜਿਆ ਗਿਆ, ਡਿਸਚਾਰਜ ਕੀਤਾ ਗਿਆ। ਲਗਾਤਾਰ ਇਹ ਵੱਖ-ਵੱਖ ਥਾਵਾਂ ਤੋਂ ਜਾਣਕਾਰੀਆਂ ਸਾਡੇ ਕੋਲ ਪਹੁੰਚਦੀਆਂ ਹੋਈਆਂ। ਮੋਗਾ ਤੋਂ ਵੀ ਇਸ ਸਮੇਂ ਜਾਣਕਾਰੀ ਪਹੁੰਚ ਰਹੀ ਹੈ, ਮੋਗਾ ਦੇ ਵਿੱਚ 46 ਮਰੀਜ਼ ਠੀਕ ਹੋ ਗਏ ਨੇ ਤੇ ਇਹ ਬਹੁਤ ਰਾਹਤ ਭਰੀ ਖਬਰ ਮੋਗਾ ਦੇ ਲੋਕਾਂ ਦੇ ਲਈ, ਮੋਗਾ ਦੇ ਪ੍ਰਸ਼ਾਸਨ ਦੇ ਲਈ, ਪੂਰੇ ਪੰਜਾਬ ਦੇ ਲੋਕਾਂ ਦੇ ਲਈ, ਕਿਉਂਕਿ ਗਿਣਤੀ ਜਿਸ ਰਫ਼ਤਾਰ ਦੇ ਨਾਲ ਵਧੀ ਸੀ ਉਸ ਤੋਂ ਦੁੱਗਣੀ ਰਫ਼ਤਾਰ ਦੇ ਨਾਲ ਹੁਣ ਜਿਹੜੇ ਮਰੀਜ਼ ਹੈਗੇ ਨੇ ਉਹ ਠੀਕ ਹੁੰਦੇ ਹੋਏ ਨਜ਼ਰ ਆ ਰਹੇ ਨੇ। 46 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮੋਗਾ ਤੋਂ ਇਸ ਸਮੇਂ ਤੁਹਾਨੂੰ ਖਬਰ ਦੱਸ ਰਿਹਾ ਦੀਪਕ ਸਿੰਘਲਾ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਦੀਪਕ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? 46 ਮਰੀਜ਼ ਠੀਕ ਹੋ ਗਏ ਨੇ, ਕਿੰਨੇ ਮਰੀਜ਼ ਹੁਣ ਜਿਹੜੇ ਐਕਟਿਵ ਕੇਸ ਨੇ ਤੇ ਕੀ ਕੁਝ ਜਾਣਕਾਰੀ ਸਭ ਦੀ ਇਕੱਠੇ ਪੋਜ਼ਿਟਿਵ ਜਿਹੜੀ ਨੈਗੇਟਿਵ ਰਿਪੋਰਟ ਆਈ ਹੈ? ਬਿਲਕੁਲ ਗੌਰਵ, ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਲਈ ਬਹੁਤ ਵੱਡੀ ਰਾਹਤ ਦੀ ਖਬਰ ਹੈ, ਕਿਉਂਕਿ ਜੋ ਮੋਗਾ ਦੇ ਵਿੱਚ ਐਕਟਿਵ ਕੇਸ ਸੀਗੇ ਕਰੋਨਾ ਵਾਇਰਸ ਦੇ ਪੋਜ਼ਿਟਿਵ ਸੀਗੇ, ਜਿਹਦੇ ਵਿੱਚੋਂ 27 ਕਰੋਨਾ ਪੋਜ਼ਿਟਿਵ ਦੇ ਮਰੀਜ਼ ਸੀ ਮੋਗਾ ਦੇ ਸਰਕਾਰੀ ਹਸਪੀਟਲ ਦੇ ਆਈਸੋਲੇਸ਼ਨ 'ਚ ਦਾਖਲ ਸੀਗੇ, ਔਰ ਜਿਹੜੇ 19 ਸੀ ਉਹ ਬਾਘਾ ਪੁਰਾਣਾ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਸੀ। ਉਹਨਾਂ ਦੇ ਵਿੱਚੋਂ ਅੱਜ ਜਿਹੜੇ 4 ਆਸ਼ਾ ਵਰਕਰ ਸੀ ਉਹਨਾਂ ਦੀ ਰਿਪੋਰਟ ਨੈਗੇਟਿਵ ਆਈਆਂ, ਲੇਕਿਨ ਬਾਕੀ ਜਿਹੜੇ ਸ਼ਰਧਾਲੂ ਸੀਗੇ ਔਰ ਉਸ ਤੋਂ ਬਾਅਦ ਜਿਹੜੇ ਕਰੋਨਾ ਪੋਜ਼ਿਟਿਵ ਮੋਗਾ ਦੇ ਵਿੱਚ ਸੀਗੇ ਪੇਸ਼ੈਂਟ ਸੀਗੇ, ਉਹਨਾਂ ਦੇ ਜਿਹੜੇ ਸਿੰਪਟਮਸ, ਕੋਈ ਵੀ ਸਿੰਪਟਮਸ ਨਜ਼ਰ ਨਹੀਂ ਆ ਰਹੇ। ਔਰ ਜਿਹੜੀ ਨਵੀਂ ਪਾਲਿਸੀ ਹੈ, ਨਵੀਂ ਪਾਲਿਸੀ ਦੇ ਤਹਿਤ ਕੋਈ ਵੀ ਸਿੰਪਟਮਸ ਨਾ ਹੋਣ ਤੋਂ ਬਾਅਦ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ। ਔਰ ਇਹਨਾਂ ਨੂੰ ਜਿਹੜੇ 4 ਆਸ਼ਾ ਵਰਕਰ ਸੀ ਜਿਹੜੀਆਂ ਨੈਗੇਟਿਵ ਆਈਆਂ, ਉਹਨਾਂ ਨੂੰ ਵੀ ਹਾਰ ਪਹਿਨਾ ਕੇ ਖੁਸ਼ੀ-ਖੁਸ਼ੀ ਸਿਹਤ ਵਿਭਾਗ ਵੱਲੋਂ ਘਰੇ ਭੇਜਿਆ ਗਿਆ। ਔਰ ਬਾਘਾ ਪੁਰਾਣਾ ਦੇ ਵੀ ਜਿਹੜੇ 19 ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਵੀ ਘਰੇ ਭੇਜਿਆ ਗਿਆ। ਔਰ ਇਸ ਤੋਂ ਬਾਅਦ ਜਿਹੜੇ ਆ ਘਰ ਦੇ ਵਿੱਚ ਇਹਨਾਂ ਨੂੰ ਹੋਮ ਕੁਆਰੰਟਾਈਨ 14 ਦਿਨ ਲਈ ਕੀਤਾ ਜਾਊਗਾ ਗੌਰਵ। ਉਹਦੇ ਵਿੱਚ ਇਹਨਾਂ ਇੱਕ ਮੋਬਾਈਲ ਦੇ ਵਿੱਚ ਇੱਕ ਐਪ ਡਾਊਨਲੋਡ ਕੀਤਾ ਗਿਆ, ਡਾਊਨਲੋਡ ਦੇ ਐਪ ਦੇ ਜ਼ਰੀਏ ਇਹਨਾਂ ਤੇ ਨਜ਼ਰ ਵੀ ਰੱਖੀ ਜਾਏਗੀ ਔਰ ਸਮੇਂ-ਸਮੇਂ ਤੇ ਜਿਹੜੇ ਡਾਕਟਰ ਹੈ ਜਾਂ ਸਿਹਤ ਅਧਿਕਾਰੀ ਹੈ ਇਹਨਾਂ ਦਾ ਧਿਆਨ ਵੀ ਰੱਖਣਗੇ। ਔਰ ਸਾਫ਼ ਤੌਰ ਤੇ ਜਿਹੜਾ ਮੋਗਾ ਲਈ ਇੱਕ ਵੱਡੀ ਖਬਰ ਹੈ ਕਿ ਰਾਹਤ ਦੀ ਖਬਰ ਹੈ ਕਿ ਜਿਹੜੇ ਕਰੋਨਾ ਪੋਜ਼ਿਟਿਵ ਮਰੀਜ਼ ਸੀਗੇ ਉਹ ਸਿਹਤਮੰਦ ਹੋਣ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਔਰ ਮੋਗਾ ਦੇ ਆਈਸੋਲੇਸ਼ਨ ਦੇ ਵਾਰਡ ਦੇ ਵਿੱਚ ਹੁਣ ਕੋਈ ਵੀ ਮਰੀਜ਼ ਪੋਜ਼ਿਟਿਵ ਨਜ਼ਰ ਨਹੀਂ ਆ ਰਿਹਾ। ਠੀਕ ਹੈ, ਮਤਲਬ ਸਾਰੇ ਮਰੀਜ਼ ਜਿਹੜੇ ਹੈਗੇ ਨੇ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਮੋਗਾ ਦੇ ਵਿੱਚ, ਜਾਂ ਕੋਈ ਐਕਟਿਵ ਕੇਸ ਹੁਣ ਬਾਕੀ ਹੈ? ਦੇਖੋ ਗੌਰਵ, ਇਹਦੇ ਵਿੱਚ ਜਿਹੜਾ ਥੋੜਾ ਜਿਹਾ ਸਮਝਣ ਦੀ ਗੱਲ ਹੈ, ਕਿਉਂਕਿ ਸਰਕਾਰ ਵੱਲੋਂ ਨਵੀਂ ਪਾਲਿਸੀ ਜਿਹੜੀ ਆਈ ਹੈ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਕਿੰਨੇ ਦਿਨ ਦਾ ਸਮਾਂ ਦਿੱਤਾ, ਉਸ ਸਮੇਂ ਦੇ ਦੌਰਾਨ ਅਗਰ ਇਹਨਾਂ ਨੂੰ ਕੋਈ ਸਿੰਪਟਮਸ ਨਹੀਂ ਆਉਂਦਾ ਜਾਂ ਕਿਸੇ ਦੀ ਹਾਲਤ ਨਹੀਂ ਵਿਗੜਦੀ, ਸਵਸਥ ਨੇ, ਪੂਰੀ ਤਰ੍ਹਾਂ ਸਵਸਥ ਨੇ, ਉਸ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇ ਤਾਂ ਕਿ ਉਹ ਆਪਦੇ ਘਰ ਰਹਿ ਕੇ ਹੋਰ ਸਵਸਥ ਹੋ ਸਕਣ। ਤਾਂ ਉਹਨਾਂ ਨੂੰ ਘਰ ਭੇਜਿਆ ਗਿਆ ਔਰ ਉਹਨਾਂ ਤੇ ਨਜ਼ਰ ਵੀ ਰੱਖੀ ਜਾਏਗੀ। ਲੇਕਿਨ ਉਸ ਤੋਂ ਬਾਅਦ ਜਿਹੜੇ 4 ਆਸ਼ਾ ਵਰਕਰ ਸੀ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਇਸ ਬਾਰੇ ਜਲਦ ਦੱਸੇਗਾ ਔਰ ਜਿਹੜੀ ਜਾਣਕਾਰੀ ਵੀ ਰੱਖੇਗਾ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਾਤ ਹੈ ਔਰ
ਦੇਖਿਆ ਜਾਵੇ ਤਾਂ ਹੁਣ ਮੋਗਾ ਦੇ ਵਿੱਚ ਸਾਰੇ ਸਿਹਤਮੰਦ ਕੋਰੋਨਾ ਮਰੀਜ਼ ਜਿਹੜੇ ਪੋਜ਼ਿਟਿਵ ਸੀਗੇ ਸਿਹਤਮੰਦ ਆ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਹੁਣ ਕੋਈ ਵੀ ਟੈਨਸ਼ਨ ਵਾਲੀ ਗੱਲ ਮੋਗਾ ਦੇ ਵਿੱਚ ਨਹੀਂ ਹੈ। ਸ਼ੁਕਰੀਆ, ਧੰਨਵਾਦ ਸਰ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਲਈ। ਮੋਗਾ ਦੇ ਵਿੱਚ ਇਸ ਸਮੇਂ ਰਾਹਤ ਭਰੀ ਖਬਰ ਮੋਗਾ ਤੋਂ ਆ ਰਹੀ ਹੈ। 46 ਮਰੀਜ਼ ਠੀਕ ਹੋਏ ਨੇ ਤੇ ਉਹਨਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ। ਇਹ ਵੀ ਸਾਫ਼ ਹੈ ਕਿ ਜਿਹੜੇ ਮਰੀਜ਼ਾਂ ਨੂੰ ਘਰ ਭੇਜ ਦਿੱਤਾ ਜਾਂਦਾ ਹੈ, ਜਦੋਂ ਪਹਿਲਾਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਹੁਣ ਨੈਗੇਟਿਵ ਆਉਣ ਤੋਂ ਬਾਅਦ ਤਾਂ ਘਰ ਦੇ ਵਿੱਚ ਵੀ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟਾਈਨ ਰੱਖਣਾ ਹੋਏਗਾ ਖੁਦ ਨੂੰ, ਤੇ ਨਾਲ ਹੀ ਇੱਕ ਐਪ ਵੀ ਡਾਊਨਲੋਡ ਕਰਕੇ ਉਹਨਾਂ ਨੂੰ ਦਿੱਤੀ ਗਈ ਉਹਨਾਂ ਦੇ ਫੋਨ ਦੇ ਉੱਤੇ, ਜਿਸ ਦੇ ਜ਼ਰੀਏ ਉਹਨਾਂ ਤੇ ਨਜ਼ਰ ਰੱਖੀ ਜਾ ਸਕੇਗੀ। ਯਾਨੀ ਕਿ ਉਸ ਦੇ ਵਿੱਚ ਜਿਹੜਾ ਲੋਕੇਸ਼ਨ ਵੀ ਔਨ ਰੱਖਣੀ ਹੋਏਗੀ, ਬਲੂਟੁੱਥ ਵੀ ਔਨ ਰੱਖਣਾ ਹੋਏਗਾ। ਤੇ ਦੂਜੇ ਪਾਸੇ ਇਸ ਸਮੇਂ ਵੀ ਪ੍ਰਸ਼ਾਸਨ ਦੇਖ ਰਿਹਾ ਕਿ ਜੇਕਰ ਕਿਸ ਦੇ ਵਿੱਚ ਕੋਈ ਸਿੰਪਟਮਸ ਪਾਏ ਜਾਂਦੇ ਨੇ ਤਾਂ ਉਸ ਨੂੰ ਦੁਬਾਰਾ ਇਲਾਜ ਦੇ ਲਈ ਲਿਆਂਦਾ ਜਾ ਸਕੇ। ਇਸ ਕਰਕੇ ਵੀ ਪੂਰਾ ਨਜ਼ਰ ਉਹਨਾਂ ਦੇ ਉੱਤੇ ਰੱਖੀ ਜਾ ਰਹੀ ਹੈ ਤਾਂ ਕਿ ਜਿਹੜੇ ਆਸੀ ਪੜੋਸੀ ਨੇ ਉਹਨਾਂ ਨੂੰ ਵੀ, ਗੁਆਂਢੀ ਨੂੰ ਵੀ ਕੋਈ ਦਿੱਕਤ ਨਾ ਹੋਵੇ, ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਗਲੇ 14 ਦਿਨਾਂ ਤੱਕ। ਖਬਰ ਵੱਡੀ ਅੰਮ੍ਰਿਤਸਰ ਤੋਂ ਹੈ, ਜਿੱਥੇ 95 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜੀ ਪੰਜਾਬ ਦੇ ਲਈ ਇੱਕ ਅੱਜ ਬਹੁਤ ਅਹਿਮ ਦਿਨ ਹੈ। ਮਾਮਲੇ ਨਵੇਂ ਤਾਂ ਬਹੁਤ ਘੱਟ ਸਾਹਮਣੇ ਆਏ ਨੇ, ਪਰ ਦੂਜੇ ਪਾਸੇ ਲਗਾਤਾਰ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਅੰਮ੍ਰਿਤਸਰ ਤੋਂ, ਗੁਰਦਾਸਪੁਰ ਤੋਂ, ਹੁਸ਼ਿਆਰਪੁਰ ਤੋਂ, ਮੋਗਾ ਤੋਂ। ਅੰਮ੍ਰਿਤਸਰ ਤੋਂ ਤੁਹਾਨੂੰ ਦੱਸ ਰਹੇ ਹਾਂ 95 ਸ਼ਰਧਾਲੂ ਜਿਹੜੇ ਹੈਗੇ ਨੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਜਿਹੜੇ ਪੋਜ਼ਿਟਿਵ ਆਏ ਸੀ, ਉਸ ਤੋਂ ਬਾਅਦ ਇਲਾਜ ਕੀਤਾ ਗਿਆ, ਉਹਨਾਂ ਨੂੰ ਹਸਪਤਾਲ ਦੇ ਵਿੱਚ ਆਈਸੋਲੇਟ ਕਰਕੇ ਰੱਖਿਆ ਗਿਆ ਸੀ ਤੇ ਇਸ ਵਿਚਾਲੇ ਹਸਪਤਾਲਾਂ ਤੋਂ ਹੁਣ ਡਿਸਚਾਰਜ ਕਰ ਦਿੱਤਾ ਗਿਆ। ਵੱਖ-ਵੱਖ ਹਸਪਤਾਲਾਂ ਦੇ ਵਿੱਚ ਸੀ। ਗੁਰੂ ਰਾਮਦਾਸ ਹਸਪਤਾਲ ਤੋਂ 51 ਪੇਸ਼ੈਂਟਸ ਜਿਹੜੇ ਸੀਗੇ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ। ਗੁਰੂ ਨਾਨਕ ਦੇਵ ਹਸਪਤਾਲ ਤੋਂ 44 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਹਤ ਭਰੀ ਖਬਰ ਅੰਮ੍ਰਿਤਸਰ ਦੇ ਲਈ, ਅੰਮ੍ਰਿਤਸਰ ਦੇ ਲੋਕਾਂ ਲਈ, ਪ੍ਰਸ਼ਾਸਨ ਲਈ, ਪੰਜਾਬ ਲਈ। ਤਾਂ ਲਗਾਤਾਰ ਮਰੀਜ਼ ਠੀਕ ਹੋਏ ਨੇ ਤੇ ਉਹ ਰਾਹਤ ਭਰੀ ਖਬਰ ਲਾਜ਼ਮੀ ਤੌਰ ਤੇ ਸਭ ਦੇ ਲਈ। ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਬਹੁਤ ਸਾਰੇ ਸਵਾਲ ਸਰਕਾਰ ਤੇ ਵੀ ਖੜੇ ਹੋ ਰਹੇ ਸਨ, ਪਰ ਅੱਜ ਇੱਕ ਚੰਗੀ ਤੇ ਰਾਹਤ ਦੇਣ ਵਾਲੀ ਖਬਰ ਹੈ ਕਿ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਜੋ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਐਡਮਿਟ ਸਨ ਔਰ ਅੱਜ ਉਹਨਾਂ ਨੂੰ ਨੈਗੇਟਿਵ ਆਉਣ ਤੋਂ ਬਾਅਦ ਜੋ ਹੈ ਡਿਸਚਾਰਜ ਕੀਤਾ ਜਾ ਰਿਹਾ ਔਰ ਬਕਾਇਦਾ ਜੋ ਐਸਜੀਪੀਸੀ ਦੇ ਨੁਮਾਇੰਦੇ ਪਹੁੰਚੇ ਨੇ ਇੱਥੇ ਉਹਨਾਂ ਵੱਲੋਂ ਇਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ, ਬਜ਼ੁਰਗ ਔਰ ਨੌਜਵਾਨ ਜਿਹੜੇ ਕਿ ਹਜ਼ੂਰ ਸਾਹਿਬ ਦਰਸ਼ਨਾਂ ਦੇ ਲਈ ਗਏ ਸਨ ਔਰ ਕੁੱਲ 71 ਜਿਹੜੇ ਮਰੀਜ਼ ਸੀ ਪੋਜ਼ਿਟਿਵ, ਉਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਔਰ ਇੱਥੇ ਹੀ ਇਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਸੀ। ਤਾਂ ਐਸਜੀਪੀਸੀ ਦੇ ਪ੍ਰਬੰਧਾਂ ਦੇ ਅਧੀਨ ਇਹ ਹਸਪਤਾਲ ਚਲਾਇਆ ਜਾਂਦਾ ਔਰ ਤੁਸੀਂ ਦੇਖੋ ਕਿ ਜਿੰਨੇ ਵੀ ਮਰੀਜ਼, ਕੁੱਲ ਇੱਥੇ 71 ਮਰੀਜ਼ ਜਿਹੜੇ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਔਰ ਉਹਨਾਂ ਦੇ ਵਿੱਚੋਂ 51 ਜਿਹੜੇ ਨੇ ਉਹ ਉਹਨਾਂ ਦੇ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਲਈ ਰਵਾਨਾ ਕੀਤਾ ਜਾ ਰਿਹਾ ਔਰ ਬਕਾਇਦਾ ਐਸਜੀਪੀਸੀ ਵੱਲੋਂ ਇੱਥੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ, ਕਿਉਂਕਿ ਜਦੋਂ ਤੋਂ ਕੋਰੋਨਾ ਪੋਜ਼ਿਟਿਵ ਜਿਹੜੇ ਮਰੀਜ਼ ਸਾਹਮਣੇ ਆ ਰਹੇ ਸਨ ਤਾਂ ਉਹਨਾਂ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਸੀ, ਜੋ ਕਿ ਕਾਫੀ ਮੰਦਭਾਗਾ ਸੀ। ਤਾਂ ਇਹ ਇੱਕ ਚੰਗੀ ਖਬਰ ਹੈ। ਤਾਂ ਚੰਗੀ ਖਬਰ ਹਰ ਪਾਸੇ ਤੋਂ ਨਿਕਲ ਕੇ ਸਾਹਮਣੇ ਆਈ ਹੈ, ਖਾਸ ਤੌਰ ਤੇ ਅੰਮ੍ਰਿਤਸਰ ਤੋਂ ਵੀ, ਜਿੱਥੇ 95 ਮਰੀਜ਼ ਠੀਕ ਹੋਏ ਨੇ। ਹੁਣ ਇੱਕ ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਅੰਮ੍ਰਿਤਸਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, 301 ਮਰੀਜ਼ ਹੈਗੇ ਨੇ, ਜਦਕਿ ਉਸ ਦੇ ਵਿੱਚੋਂ 140 ਠੀਕ ਹੋ ਗਏ ਨੇ। ਪਟਿਆਲੇ ਦਾ ਵੀ ਜ਼ਿਕਰ ਕਰ ਦਈਏ, ਪਟਿਆਲਾ ਦੇ ਵਿੱਚ 104 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ, 44 ਮਰੀਜ਼ ਉੱਥੇ ਠੀਕ ਵੀ ਹੋਏ ਨੇ। ਰਾਜਪੁਰਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉਹ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਨੇ। 2 ਲੋਕਾਂ ਦੀ ਮੌਤ ਪਟਿਆਲਾ ਦੇ ਵਿੱਚ ਹੋਈ ਹੈ। ਇਸ ਤੋਂ ਬਾਅਦ ਅਸੀਂ ਜ਼ਿਕਰ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ 29 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੁਣ ਤੱਕ, ਜਦਕਿ ਉਸ ਦੇ ਵਿੱਚੋਂ 14 ਮਰੀਜ਼ ਠੀਕ ਹੋ ਚੁੱਕੇ ਨੇ ਤੇ ਇੱਕ ਸ਼ਖਸ ਦੀ ਮੌਤ ਪਠਾਨਕੋਟ ਦੇ ਵਿੱਚ ਹੋਈ ਸੀ। ਅੱਗੇ ਵਧਦੇ ਹਾਂ ਤੇ ਹੁਣ ਰੋਪੜ ਦੇ ਵਿੱਚ 59 ਮਰੀਜ਼ ਹੁਣ ਤੱਕ ਪੋਜ਼ਿਟਿਵ ਪਾਏ ਜਾ ਚੁੱਕੇ ਨੇ, ਜਿਹੜੀ ਗਿਣਤੀ 59 ਤੱਕ ਪਹੁੰਚ ਗਈ ਸੀ ਤੇ ਉਹਨਾਂ ਦੇ ਵਿੱਚੋਂ ਤੁਹਾਨੂੰ ਦੱਸ ਦਈਏ ਕਿ 2 ਹੀ ਠੀਕ ਹੋਏ ਜੋ ਹੁਣ ਤੱਕ ਜਾਣਕਾਰੀ ਹੈ ਤੇ ਇੱਕ ਸ਼ਖਸ ਦੀ ਮੌਤ ਵੀ ਹੋਈ। ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਸੰਗਰੂਰ ਦੇ ਵਿੱਚ ਵੀ ਲਗਾਤਾਰ ਮਾਮਲੇ ਸਾਹਮਣੇ ਆਏ, 91 ਤੱਕ ਗਿਣਤੀ ਪਹੁੰਚ ਗਈ, ਜਦਕਿ ਉਸ ਦੇ ਵਿੱਚੋਂ 5 ਲੋਕ ਠੀਕ ਵੀ ਹੋਏ ਨੇ। ਮੌਤ ਦੀ ਖਬਰ ਸੰਗਰੂਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਨਹੀਂ ਸੀ। ਅਗਲਾ ਜ਼ਿਲ੍ਹਾ ਹੈ ਤਰਨਤਾਰਨ, ਜਿੱਥੇ 162 ਮਰੀਜ਼ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ ਤੇ 4 ਉਸ ਦੇ ਵਿੱਚੋਂ ਠੀਕ ਵੀ ਹੋਏ ਨੇ। ਹੋ ਸਕਦਾ ਹੈ ਕਿ ਹੋਰ ਥੋੜੀ ਦੇਰ ਤੱਕ ਤਰਨਤਾਰਨ ਤੋਂ ਵੀ ਜਾਣਕਾਰੀ ਆ ਜਾਏ, ਕਿਉਂਕਿ ਤਰਨਤਾਰਨ ਦੇ ਵਿੱਚ ਬਹੁਤ ਸਾਰੇ ਸ਼ਰਧਾਲੂ ਜਿਹੜੇ ਪਰਤੇ ਸੀ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਮੌਤਾਂ ਦੀ ਗਿਣਤੀ ਉੱਥੇ ਵੀ ਕੋਈ ਨਹੀਂ ਹੈ, ਯਾਨੀ ਕਿ ਰਾਹਤ ਦੀ ਖਬਰ ਹੈ। ਬਰਨਾਲਾ ਦਾ ਜ਼ਿਕਰ ਕਰੀਏ
ਤਾਂ 21 ਬਰਨਾਲਾ ਦੇ ਵਿੱਚ ਕੇਸ ਸਾਹਮਣੇ ਆ ਚੁੱਕੇ ਨੇ ਹੁਣ ਤੱਕ ਕਰੋਨਾ ਪੋਜ਼ਿਟਿਵ ਦੇ, ਜਦਕਿ ਇੱਕ ਸ਼ਖਸ ਉਹਨਾਂ ਦੇ ਵਿੱਚੋਂ ਠੀਕ ਵੀ ਹੋਇਆ ਹੈ, ਜਦਕਿ ਇੱਕ ਸ਼ਖਸ ਦੀ ਮੌਤ ਦੀ ਖਬਰ ਵੀ ਹੈ। ਯਾਨੀ ਕਿ ਅਜੇ ਵੀ 19 ਮਾਮਲੇ ਪੋਜ਼ਿਟਿਵ ਹੈਗੇ ਨੇ, ਐਕਟਿਵ ਕੇਸ ਹੈਗੇ ਨੇ ਬਰਨਾਲਾ ਦੇ ਵਿੱਚ। ਉਸ ਤੋਂ ਬਾਅਦ ਬਠਿੰਡਾ ਦਾ ਜ਼ਿਕਰ ਕਰਦੇ ਹਾਂ। ਬਠਿੰਡਾ ਦੇ ਵਿੱਚ ਟੋਟਲ ਕੇਸਿਸ ਹੈਗੇ ਨੇ 43, ਜਿਹਦੇ ਵਿੱਚੋਂ 21 ਮਰੀਜ਼ ਹੁਣ ਤੱਕ ਠੀਕ ਵੀ ਹੋ ਚੁੱਕੇ ਨੇ, ਮੌਤ ਕੋਈ ਨਹੀਂ ਹੈ, ਤੇ 22 ਇਸ ਸਮੇਂ ਐਕਟਿਵ ਮਾਮਲੇ ਹੈਗੇ ਨੇ ਬਠਿੰਡਾ ਦੇ ਵਿੱਚ। ਤਾਂ ਇਹ ਵੱਖ-ਵੱਖ ਥਾਵਾਂ ਦੇ ਅਸੀਂ ਤੁਹਾਨੂੰ ਹਾਲ ਦਿਖਾਇਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਤਾਂ ਪੂਰੇ ਪੰਜਾਬ ਦਾ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ। ਰੁਕ ਰਹੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।